ਇਸੇ ਤਰ੍ਹਾਂ ਜਿਵੇਂ ਕਿ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਪਾਰਟ ਸੀ ਤੇ ਪਾਰਟ ਡੀ, ਇਹਦੇ ਵਾਸਤੇ ਤੁਹਾਨੂੰ ਵੱਖਰੇ ਤੌਰ ਤੇ ਪ੍ਰਸ਼ਨ ਪੱਤਰ ਭੇਜਿਆ ਗਿਆ ਸੀ, ਜਿਸ ਨੂੰ ਤੁਸੀਂ ਆਫਲਾਈਨ ਹੱਲ ਕਰਕੇ ਉਸ ਦੀ ਪਿਕ ਆਪਣੇ ਅਧਿਆਪਕਾਂ ਨੂੰ ਭੇਜੀ ਹੋਣੀ ਹੈ। ਤਾਂ ਆਪਾਂ ਉਹਨਾਂ ਦਾ ਵੀ ਹੱਲ ਵੇਖਦੇ ਹਾਂ। ਭਾਗ ਸੀ ਦਾ ਪ੍ਰਸ਼ਨ ਨੰਬਰ 9, 18, 54 ਅਤੇ 81 ਦਾ ਮਹੱਤਮ ਸਮਾਪ ਵਰਤਕ ਪਤਾ ਕਰੋ। ਫਾਈਂਡ HCF ਆਫ 18, 54 ਐਂਡ 81। ਆਪਾਂ ਦੋ ਵਿਧੀਆਂ ਰਾਹੀਂ ਇਹਦਾ ਮਹੱਤਮ ਸਮਾਪ ਵਰਤਕ ਕੱਢ ਸਕਦੇ ਹਾਂ। ਪਹਿਲੀ ਵਿਧੀ ਜਿਹੜੀ ਹੈਗੀ ਹੈ ਅਭਾਜ ਗੁਣਨਖੰਡ ਵਿਧੀ, ਤਿੰਨੇ ਸੰਖਿਆਵਾਂ ਨੂੰ ਆਪਾਂ ਵੱਖਰਾ ਵੱਖਰਾ ਲਿਖ ਕੇ ਉਹਦੇ ਅਭਾਜ ਗੁਣਨਖੰਡ ਬਣਾਉਣੇ ਆ। ਸਾਨੂੰ ਪਤਾ ਹੈ 2 ਦੇ ਪਹਾੜੇ ਤੇ ਹਰ ਜਿਸਟ ਸੰਖਿਆ ਵੰਡੀ ਜਾਂਦੀ ਹੈ, 2, 9, 18। ਫਿਰ 9 ਨੂੰ ਅਸੀਂ 3 ਤੇ ਵੰਡਾਂਗੇ, 3 ਨੂੰ ਅਸੀਂ 3 ਤੇ ਵੰਡ ਕੇ ਐਂਡ ਤੇ 1 ਬਚੇਗਾ, ਤਾਂ ਇਹ ਸਾਡੇ ਕੋਲੇ ਅਭਾਜ ਗੁਣਨਖੰਡ 18 ਦੇ ਹੈ। ਇਸੇ ਤਰ੍ਹਾਂ ਇਹ ਜਿਸਟ ਸੰਖਿਆ ਹੋਣ ਕਰਕੇ 2, 27 ਤੇ ਇਹ ਵੰਡੀ ਜਾ ਕੇ ਮਤਲਬ ਇਹਦਾ ਅੱਧ ਹੋ ਕੇ 54 ਦਾ 27 ਹੋਏਗਾ। 27 ਫਿਰ 3 ਤੇ ਭਾਜਯੋਗ ਹੈ, ਉਹਦੇ ਨਾਲ 9 ਆਏਗਾ। ਫਿਰ 9 ਅਗੇਨ 3 ਤੇ ਡਿਵਿਜ਼ੀਬਲ ਹੈ, ਫਿਰ 3 ਆਏਗਾ ਤੇ ਫਿਰ 3 ਤੇ ਡਿਵਾਈਡ ਹੋ ਕੇ ਐਂਡ ਤੇ 1 ਹੈ। ਤਾਂ ਇਹ ਵਾਲੇ 2, 3, 3, 3 ਇਹ ਅਭਾਜ ਗੁਣਨਖੰਡ ਸੰਖਿਆ 54 ਦੇ ਹੈ। ਇਵੇਂ 3 ਤੇ ਇਹ ਡਿਵਾਈਡ ਹੋਏਗਾ 27 ਆਏਗਾ, 3 ਤੇ ਡਿਵਾਈਡ ਹੋ ਕੇ 9 ਆਏਗਾ, 3 ਤੇ ਡਿਵਾਈਡ ਹੋ ਕੇ 3 ਆਏਗਾ, 3 ਤੇ ਡਿਵਾਈਡ ਹੋ ਕੇ 1 ਆਏਗਾ। ਹੁਣ ਆਪਾਂ ਇਹਨਾਂ ਵਿੱਚੋਂ ਕੀ ਕਰਨੇ ਆ ਕਿ ਜਿਹੜੇ ਇਹਨਾਂ ਦੇ ਅਭਾਜ ਗੁਣਨਖੰਡ ਆ ਉਹਨਾਂ ਦੇ ਵਿੱਚੋਂ ਸਾਂਝੇ ਚੁਣ ਕੇ ਉਹਨਾਂ ਨੂੰ ਗੁਣਾ ਕਰਨਾ ਹੈ, ਤਾਂ ਕਿ ਅਸੀਂ ਮਹੱਤਮ ਸਮਾਪ ਵਰਤਕ ਪਤਾ ਕਰੀਏ। ਪਹਿਲੇ ਵਿੱਚ 2 ਹੈ, ਇਹਦੇ ਵਿੱਚ ਵੀ ਸੈਕੰਡ ਵਿੱਚ ਵੀ 2 ਹੈ, ਥਰਡ ਵਿੱਚ 2 ਹੈ ਨਹੀਂ, 2 ਸਾਂਝਾ ਨਹੀਂ ਹੈ। ਪਹਿਲੇ ਵਿੱਚ 3 ਹੈ, ਉਹਤੇ ਟਿਕ ਕਰੋ। ਦੂਜੇ ਵਿੱਚ 3 ਹੈ, ਟਿਕ ਕਰੋ। 3 ਹੈ, ਇਹਦਾ ਮਤਲਬ 1, 3 ਸਾਂਝਾ ਹੈ। ਫਿਰ ਇੱਕ ਵਾਰੀ 3 ਹੈ ਪਹਿਲੇ ਚ, ਦੂਸਰੇ ਚ ਵੀ ਇੱਕ ਵਾਰੀ 3 ਹੋਰ ਹੈ, ਤੀਸਰੇ ਵਿੱਚ ਵੀ 3 ਹੋਰ ਹੈ, ਯਾਨੀ ਕਿ 2 ਵਾਰੀ 3 ਸਾਂਝਾ ਹੋ ਗਿਆ। ਜਦੋਂ ਇੱਕ ਦੇ ਅਭਾਜ ਗੁਣਨਖੰਡ ਖਤਮ ਹੋ ਗਏ ਤਾਂ ਇਹਨਾਂ ਦੀ ਗੁਣਾ ਹੀ ਸਾਡੀ ਮੰਮਾ ਸੱਸਾ ਵਾਵਾ ਹੈ, ਮਹੱਤਮ ਸਵਾਵਰਤਕ ਹੈ, ਯਾਨੀ ਕਿ 9। ਇਸ ਪ੍ਰਸ਼ਨ ਦਾ ਉੱਤਰ ਜਿਹੜਾ ਹੈਗਾ 9 ਹੈ। ਇਸੇ ਹੀ ਪ੍ਰਸ਼ਨ ਦਾ ਦੂਸਰਾ ਭਾਗ ਮਿਲਾਨ ਕਰੋ ਦਾ ਹੈ। ਤੁਸੀਂ ਦੋਹਾਂ ਚੋਂ ਇੱਕ ਕਰਨਾ ਸੀ, ਪਰ ਮੈਂ ਦੋਨੇ ਹੀ ਸਮਝਾ ਰਿਹਾ। ਇਸ ਪ੍ਰਸ਼ਨ ਦੇ ਵਿੱਚ ਮਿਲਾਨ ਕਰੋ ਚ ਕੀ ਹੈ ਕਿ ਇੱਕ ਪਾਸੇ ਸੰਖਿਆਵਾਂ ਦਾ ਗੁਣਜ ਸ਼ਬਦ ਲਿਖਿਆ ਨਾਲ ਤੇ ਦੂਜੇ ਪਾਸੇ ਸੱਚਮੁੱਚ ਦੇ ਗੁਣਜ ਲਿਖੇ ਨੇ, ਪਰ ਉਹ ਸ਼ਫਲ ਕੀਤੇ ਹੋਏ ਨੇ। ਤੁਸੀਂ ਸਹੀ ਨਾਲ ਮਿਲਾਨ ਕਰਨਾ ਹੈ। 10 ਦਾ ਗੁਣਜ ਦਾ ਭਾਵ ਹੈ ਕਿ 10 ਦੇ ਪਹਾੜੇ ਵਿੱਚ ਆਉਣ ਵਾਲੀ ਸੰਖਿਆ ਕਿਹੜੀ ਹੈ, 10 ਚੌਕਾ 40। 6 ਦਾ ਗੁਣਜ 6 ਦੇ ਪਹਾੜੇ ਵਿੱਚ ਆਉਣ ਵਾਲੀ ਸੰਖਿਆ 6 ਚੌਕਾ 24। ਇਸੇ ਤਰ੍ਹਾਂ 9 ਦੇ ਪਹਾੜੇ ਵਿੱਚ ਆਉਣ ਵਾਲੀ ਸੰਖਿਆ 9, 5, 45। ਇਸੇ ਤਰ੍ਹਾਂ 11 ਦੇ ਪਹਾੜੇ ਵਿੱਚ ਆਉਣ ਵਾਲੀ ਸੰਖਿਆ ਜਿਹੜੀ ਹੈ ਉਹ 33 ਹੈ। ਇਸ ਤਰ੍ਹਾਂ ਇਹ ਆਪਾਂ ਮਿਲਾਨ ਕਰਨਾ ਸੀ। ਜਿਸ ਨੇ ਇਸ ਤਰ੍ਹਾਂ ਕੀਤਾ ਹੈ ਉਸ ਨੂੰ ਪੂਰੇ ਅੰਕ ਪ੍ਰਾਪਤ ਹੋ ਜਾਣਗੇ। ਪ੍ਰਸ਼ਨ ਨੰਬਰ 10, ਫੁੱਟੇ ਅਤੇ ਪ੍ਰਕਾਰ ਦੀ ਸਹਾਇਤਾ ਨਾਲ 45 ਡਿਗਰੀ ਦੇ ਕੋਣ ਦੀ ਰਚਨਾ ਕਰੋ। ਯੂਜ਼ਿੰਗ ਰੂਲਰ ਐਂਡ ਕੰਪਸ ਕੰਸਟਰਕਟ ਐਨ ਐਂਗਲ ਆਫ 45 ਡਿਗਰੀ। ਫਿਰ ਵਿਦਿਆਰਥੀਓ ਅਸੀਂ 60 ਡਿਗਰੀ ਦੇ ਕੋਣ ਦੀ ਜੇ ਰਚਨਾ ਕਰਨੀ ਜਾਣਦੇ ਹਾਂ, ਉਹਦੇ ਚੋਂ 15 ਡਿਗਰੀ ਦਾ ਕੋਣ ਅਸੀਂ ਮਾਈਨਸ ਕਰਕੇ ਜਿਹੜਾ ਬਾਕੀ ਬਚੂਗਾ ਉਹ ਵੀ 45 ਡਿਗਰੀ ਦਾ ਬਣਾ ਸਕਦੇ ਹਾਂ। ਪਰ ਜੇ ਅਸੀਂ 90 ਡਿਗਰੀ ਦਾ ਕੋਣ ਬਣਾਉਣ ਜਾਣਦੇ ਹਾਂ ਤੇ 90 ਡਿਗਰੀ ਦਾ ਅੱਧ ਉਹ ਕਿੰਨਾ ਹੁੰਦਾ ਹੈ, 45 ਡਿਗਰੀ। ਯਾਨੀ ਕਿ ਅਸੀਂ 90 ਡਿਗਰੀ ਦਾ ਕੋਣ ਬਣਾ ਕੇ ਉਹਦਾ ਕੋਣ ਸਮਦੁਭਾਜਕ ਖਿੱਚੀਏ ਤਾਂ ਵੀ ਅਸੀਂ 45 ਡਿਗਰੀ ਦੇ ਕੋਣ ਦੀ ਰਚਨਾ ਜਿਹੜੀ ਆ ਉਹ ਕੰਪਸ ਤੇ ਫੁੱਟੇ ਦੀ ਸਹਾਇਤਾ ਨਾਲ ਕਰ ਸਕਦੇ ਹਾਂ। ਤਾਂ ਇੱਥੇ ਸਾਡੇ ਕੋਲੇ ਕੀ ਹੈ ਕਿ ਇੱਕ ਫੁੱਟੇ ਦੀ ਸਹਾਇਤਾ ਨਾਲ ਇੱਕ ਕਿਰਨ ਬਣਾ ਲਓ, ਇੱਕ ਪਾਸੇ ਉਹਦੇ ਐਰੋ ਲਗਾ ਲਓ, ਇੱਕ ਪਾਸੇ ਆਰੰਭਕ ਬਿੰਦੂ ਹੈ। ਅਸੀਂ ਆਰੰਭਕ ਬਿੰਦੂ ਨੂੰ ਕੇਂਦਰ ਮੰਨਦੇ ਹੋਏ ਸੁਵਿਧਾਜਨਕ ਅਰਧ ਵਿਆਸ ਲੈ ਕੇ, ਯਾਨੀ ਕਿ ਸੁਵਿਧਾਜਨਕ ਪ੍ਰਕਾਰ ਖੋਲ ਕੇ ਇੱਕ ਪਹਿਲਾਂ ਚਾਪ ਲਾਵਾਂਗੇ। ਤੁਸੀਂ ਪ੍ਰਕਾਰ ਨਾਲ ਹੀ ਲਾਣੀ ਹੈ। ਉਹਦੇ ਨਾਲ ਕੀ ਹੋਏਗਾ, ਇੱਥੇ ਸਾਡਾ ਜੇ ਅਸੀਂ ਪਹਿਲਾਂ ਇਹਦਾ ਨਾਮ OA ਰੱਖ ਲੈਂਦੇ ਆ ਤੇ ਇਸ ਬਿੰਦੂ ਦਾ ਨਾਮ ਅਸੀਂ B ਰੱਖ ਲਾਂਗੇ, ਜਿਹੜਾ ਇਹ ਨਵਾਂ ਪੈਦਾ ਹੋਇਆ। ਇਸ ਬਿੰਦੂ ਨੂੰ ਕੇਂਦਰ ਮੰਨਦੇ ਹੋਏ ਓਨੇ ਹੀ ਖੁੱਲੀ ਹੋਈ ਪ੍ਰਕਾਰ ਨਾਲ ਅਸੀਂ ਇੱਕ ਕੱਟ ਲਗਾਵਾਂਗੇ, ਉਹਦਾ ਨਾਮ C ਰੱਖਾਂਗੇ। ਅਸੀਂ ਓਨੀ ਖੁੱਲੀ ਪ੍ਰਕਾਰ ਨਾਲ ਇੱਥੋਂ ਚੱਕ ਕੇ ਜਿਹੜੀ ਸੂਈ ਆ ਉਹਨੂੰ ਇੱਥੇ ਰੱਖਾਂਗੇ। ਅਗਲਾ ਪੈਨਸਲ ਦਾ ਸਿਰਾ ਇੱਥੇ ਪਹੁੰਚ ਜਾਏਗਾ ਤਾਂ ਅਸੀਂ ਦੂਸਰੀ ਚਾਪ ਲਗਾ ਦੇਵਾਂਗੇ, ਉਹਦਾ ਨਾਮ ਅਸੀਂ D ਰੱਖ ਸਕਦੇ ਹਾਂ। ਇਹਨਾਂ ਦੋਨਾਂ D ਤੇ C ਬਿੰਦੂਆਂ ਦੀ ਸਹਾਇਤਾ ਨਾਲ ਅਸੀਂ ਇੱਕੋ ਜਿੰਨੇ ਅਰਧ ਵਿਆਸ ਨਾਲ 2 ਵਾਰੀ ਚਾਪ ਲਗਾ ਕੇ ਇਸ ਤਰੀਕੇ ਨਾਲ ਪਹਿਲਾਂ ਇੱਥੇ ਸੂਈ ਰੱਖੀ, ਪੈਨਸਲ ਇੱਥੇ ਆਈ, ਓਨੀ ਖੁੱਲੀ ਪ੍ਰਕਾਰ ਨਾਲ ਸਾਡੀ ਪਿੰਨ ਇੱਥੇ ਹੋਈ, ਇਹਨੂੰ ਕੇਂਦਰ ਮੰਨਿਆ, ਪਹਿਲਾਂ ਲੱਗੀ ਚਾਪ ਨੂੰ ਕੱਟਿਆ। ਜਿਹੜਾ ਇਹ ਵਾਲਾ ਬਿੰਦੂ ਆਊਗਾ ਕਾਟ ਬਿੰਦੂ, ਤੇ ਇਸ O ਬਿੰਦੂ ਨੂੰ ਅਸੀਂ ਫੁੱਟੇ ਦੀ ਸਹਾਇਤਾ ਨਾਲ ਹੀ ਮਿਲਾਉਣਾ ਹੈ। ਤਾਂ ਸਾਡਾ ਸਹੀ
90 ਡਿਗਰੀ ਦਾ ਜਿਹੜਾ ਹੈ ਉਹ ਕੋਣ ਤਿਆਰ ਹੋ ਜਾਏਗਾ। ਹੁਣ ਜਿਹੜੇ ਸਾਡੇ ਕੋਲੇ ਆਹ ਬਿੰਦੂ ਆਇਆ, ਇੱਕ ਆਹ ਵਾਲਾ ਤੇ ਇੱਕ ਆ ਬੀ, ਇਹ 90 ਡਿਗਰੀ ਦੇ ਕੋਣ ਦੀ ਚਾਪ ਹੈ। ਅਗਰ ਮੈਂ ਇੱਥੇ ਪੀ ਬਿੰਦੂ ਇਹਦਾ ਨਾਮ ਰੱਖ ਕੇ ਪੀ ਤੇ ਬੀ ਨੂੰ ਕੇਂਦਰ ਮੰਨਦਾ ਹੋਇਆ ਸੁਵਿਧਾਜਨਕ ਅਰਧ ਵਿਆਸ ਨਾਲ ਇੱਕ ਵਾਰੀ ਇੱਥੇ ਚਾਪ ਲਗਾ ਕੇ ਉਨੀ ਖੁੱਲੀ ਪ੍ਰਕਾਰ ਨਾਲ ਬੀ ਨੂੰ ਕੇਂਦਰ ਮੰਨਦਾ ਹੋਇਆ ਇਸ ਚਾਪ ਨੂੰ ਕੱਟਦਾ ਹੈ, ਤਾਂ ਇਹ ਮੈਂ ਕੀ ਕਰ ਰਿਹਾ ਹੈ, ਇਸ 90 ਦੇ ਕੋਣ ਦਾ ਕੋਣ ਸਮਦੁਭਾਜਕ ਜਿਹੜਾ ਹੈ ਉਹ ਖਿੱਚ ਰਿਹਾ ਹੈ। ਤੁਸੀਂ ਜਦੋਂ ਫੁੱਟੇ ਤੇ ਪੈਨਸਲ ਦੀ ਸਹਾਇਤਾ ਨਾਲ ਸਹੀ ਜਿਹੜਾ ਹੈ ਉਹ ਕੰਮ ਕਰੋਗੇ ਤਾਂ ਸਾਫ਼ ਸੁਥਰਾ ਜਿਹੜਾ ਕੋਣ ਹੈ ਉਹ ਨੀਚੇ ਵਾਲਾ ਵੀ 45 ਡਿਗਰੀ ਦਾ ਬਣ ਜਾਏਗਾ ਤੇ ਉੱਪਰ ਵਾਲਾ ਵੀ, ਯਾਨੀ ਕਿ ਅਸੀਂ ਫਿਰ ਇੱਥੇ ਕਿਸੇ ਬਿੰਦੂ ਨੂੰ ਅੰਕਿਤ ਕਰਕੇ ਉਹਦਾ ਨਾਮ ਮੰਨ ਲਓ ਮੈਂ ਟੀ ਰੱਖ ਦਿੰਦਾ। ਤਾਂ ਹੁਣ ਏ ਤੋਂ ਲੈ ਕੇ ਓ ਵੱਲ ਜਾਂਦੇ ਹੋਏ ਜੇ ਟੀ ਵੱਲ ਜਾਈਏ, ਏ ਓ ਟੀ ਐਂਗਲ ਏ ਓ ਟੀ ਇੱਥੇ ਕਿਹੜਾ ਬਣ ਗਿਆ 90 ਦਾ ਅੱਧ, ਜਿਸ ਨੂੰ ਆਪਾਂ ਕਹਾਂਗੇ 45 ਡਿਗਰੀ। ਸੋ ਜਿਸ ਨੇ ਇਸ ਢੰਗ ਨਾਲ ਰਚਨਾ ਕੀਤੀ ਹੋਏਗੀ ਉਹਨੂੰ ਪੂਰੇ ਅੰਕ ਪ੍ਰਾਪਤ ਹੋ ਜਾਣਗੇ। ਪ੍ਰਸ਼ਨ ਨੰਬਰ 11, ਗਣਿਤ ਦੇ ਇੱਕ ਟੈਸਟ ਵਿੱਚ 40 ਵਿਦਿਆਰਥੀਆਂ ਦੁਆਰਾ ਹੇਠ ਲਿਖੇ ਅੰਕ ਪ੍ਰਾਪਤ ਕੀਤੇ ਗਏ ਹਨ। ਇਹਨਾਂ ਅੰਕਾਂ ਨੂੰ ਮਿਲਾਨ ਚਿੰਨ੍ਹ ਦੀ ਵਰਤੋਂ ਕਰਕੇ ਇੱਕ ਸਾਰਣੀ ਰੂਪ ਵਿੱਚ ਦਰਸਾਓ। ਤਾਂ ਇੱਥੇ ਆਪਾਂ ਜਿਹੜੀ ਇਹ ਸਾਰਣੀ ਬਣਾਉਣੇ ਆ ਉਸ ਨੂੰ ਆਪਾਂ ਆਮ ਕਰਕੇ ਬਾਰੰਬਾਰਤਾ ਸਾਰਣੀ ਵੀ ਕਹਿੰਦੇ ਆ। ਤਾਂ ਬਾਰੰਬਾਰਤਾ ਸਾਰਣੀ ਕੀ ਹੁੰਦੀ ਹੈ ਕਿ ਪਹਿਲਾਂ ਜਿਹੜੇ ਹੈਗੇ ਆ ਪ੍ਰਾਪਤ ਅੰਕ ਉਹਦਾ ਇੱਕ ਖਾਨਾ ਅਸੀਂ ਇੱਕ ਕਾਲਮ ਤਿਆਰ ਕਰਾਂਗੇ। ਹੁਣ ਸਾਨੂੰ ਪਤਾ ਵੀ ਜਿਹੜੇ ਪ੍ਰਾਪਤ ਅੰਕ ਹੈ ਛੋਟੇ ਤੋਂ ਛੋਟਾ 1 ਹੈ ਤੇ ਵੱਡੇ ਤੋਂ ਵੱਡਾ 9 ਹੈ। ਇਹਦੇ ਵਿੱਚ ਸਾਨੂੰ 2 ਵੀ ਨਜ਼ਰ ਆ ਰਿਹਾ ਹੈ, ਇਹਦੇ ਵਿੱਚ 3 ਵੀ ਨਜ਼ਰ ਆ ਰਿਹਾ, 4 ਵੀ ਨਜ਼ਰ ਆ ਰਿਹਾ, 5 6 7 8 9 ਯਾਨੀ ਕਿ 1 ਤੋਂ ਲੈ ਕੇ 9 ਤੱਕ ਅੰਕ ਪ੍ਰਾਪਤ ਹੋ ਰਿਹਾ ਹੈ। ਯਾਨੀ ਕਿ ਸਾਨੂੰ ਜਿਹੜੇ ਅੰਕ ਪ੍ਰਾਪਤ ਹੋ ਰਹੇ ਆ ਉਹਦੀਆਂ ਕਿਸਮਾਂ ਕਿੰਨੀਆਂ 9, 1 2 3 4 5 6 7 8 ਤੇ 9, ਇਹ ਸਾਨੂੰ ਇਸ ਤਰ੍ਹਾਂ ਅੰਕ ਪ੍ਰਾਪਤ ਹੋ ਰਿਹਾ। ਹੁਣ ਆਪਾਂ ਦੇਖਣਾ ਕੀ ਹੈ ਮਿਲਾਨ ਚਿੰਨ੍ਹ ਕੀ ਹੁੰਦੇ ਆ। ਮਿਲਾਨ ਚਿੰਨ੍ਹ, ਮਿਲਾਨ ਚਿੰਨ੍ਹ ਦਾ ਮਤਲਬ ਕੀ ਹੈ ਕਿ ਸਭ ਤੋਂ ਪਹਿਲਾਂ ਆਪਾਂ 8 ਦੇ ਉੱਤੇ ਜੇ ਨਿਸ਼ਾਨੀ ਲਗਾਉਣੇ ਆ ਤਾਂ ਜਿੱਥੇ ਸਾਡਾ 8 ਲਿਖਿਆ ਉਹਦੇ ਸਾਹਮਣੇ ਅਸੀਂ ਇੱਕ ਡੰਡੀ ਲਗਾ ਦਿੰਦੇ ਆ, ਯਾਨੀ ਕਿ ਇੱਕ ਵਿਦਿਆਰਥੀ ਦੇ 8 ਅੰਕ ਹੈਗੇ, ਇੱਥੋਂ ਪਤਾ ਲੱਗਦਾ ਹੈ। ਉਸ ਤੋਂ ਬਾਅਦ 1 ਹੈ, ਯਾਨੀ ਕਿ ਇਹ ਇੱਕ ਅੰਕ ਦੇ ਸਾਹਮਣੇ ਇੱਕ ਚਿੰਨ੍ਹ ਬਣਾਤਾ। ਫਿਰ 3 ਦੇ ਸਾਹਮਣੇ ਅਸੀਂ ਇੱਕ ਨਿਸ਼ਾਨੀ ਕਰ ਲਈ, 7 ਦੇ ਸਾਹਮਣੇ ਇੱਕ ਨਿਸ਼ਾਨੀ ਲਗਾ ਲਓ। ਫਿਰ 7 ਨੂੰ ਕੱਟਦਾ ਆਪਾਂ, ਫਿਰ 6 ਦੀ ਵਾਰੀ ਆ ਗਈ, ਫਿਰ 6 ਦੇ ਸਾਹਮਣੇ ਇੱਕ ਨਿਸ਼ਾਨੀ ਲਗਾਵਾਂਗੇ। ਫਿਰ ਸਾਡੇ ਕੋਲੇ 5 ਹੈ, ਜਿੱਥੇ ਸੰਖਿਆ 5 ਲਿਖੀ ਆ ਉਹਦੇ ਸਾਹਮਣੇ ਇੱਕ ਨਿਸ਼ਾਨੀ ਲਗਾਵਾਂਗੇ। ਇਸੇ ਤਰ੍ਹਾਂ ਦੁਬਾਰਾ 5 ਆ ਗਈ ਤਾਂ ਪਹਿਲਾਂ ਵਾਲੀ 5 ਦੇ ਨਾਲ ਹੀ ਇੱਕ ਡੰਡੀ ਹੋਰ ਲਗਾਵਾਂਗੇ। ਫਿਰ 4 2 ਵਾਰੀ ਹੈ, ਲੋ ਆਪਾਂ 4 ਦੇ ਸਾਹਮਣੇ 2 ਸੰਕੇਤ ਰੂਪ ਦੇ ਵਿੱਚ ਡੰਡੀਆਂ ਲਗਾ ਦਿੱਤੀਆਂ, ਇਸੇ ਨੂੰ ਮਿਲਾਨ ਚਿੰਨ੍ਹ ਕਹਿੰਦੇ ਆ। ਫਿਰ ਵਾਰੀ ਆ ਗਈ 2 ਦੀ, 2 ਦੇ ਸਾਹਮਣੇ ਪਹਿਲਾਂ ਕੋਈ ਨਿਸ਼ਾਨ ਨਹੀਂ ਸੀ, 1 ਲਗਾ ਲਿਆ। 2 ਨੂੰ ਅਸੀਂ ਕੱਟਤਾ ਕਿਉਂਕਿ ਇਹਦਾ ਨਿਸ਼ਾਨ ਅਸੀਂ ਲਗਾ ਚੁੱਕੇ ਹਾਂ। ਵਾਰੀ ਆ ਗਈ 4 ਦੀ, 4 ਦੇ ਸਾਹਮਣੇ 2 ਪਹਿਲਾਂ ਸੀ, ਤੀਸਰਾ ਹੋ ਗਿਆ। ਵਾਰੀ 9 ਦੀ ਆ ਗਈ, 9 ਪਹਿਲਾਂ ਕਿਸੇ ਦੇ ਨਹੀਂ ਸੀ, ਆਪਾਂ ਪਹਿਲੀ ਡੰਡੀ ਲਗਾਉਣ ਲੱਗੇ ਹਾਂ। ਉਸ ਤੋਂ ਬਾਅਦ ਸਾਡੇ ਕੋਲੇ 5 ਹੈ, 5 ਦੇ ਸਾਹਮਣੇ 2 ਪਹਿਲਾਂ ਸੀ, ਤੀਸਰੀ ਆ ਗਈ। ਫਿਰ 3 ਹੈ, 3 ਦੇ ਸਾਹਮਣੇ 1 ਸੀ ਪਹਿਲਾਂ, ਹੁਣ 2 ਹੋ ਗਈਆਂ। 7 ਆ ਗਿਆ, 7 ਤੇ ਨਿਸ਼ਾਨੀ ਲਾਈ, 7 ਦੇ ਸਾਹਮਣੇ ਪਹਿਲਾਂ ਇੱਕ ਡੰਡੀ ਲਾਈ ਸੀ, ਹੁਣ 2 ਹੋ ਗਈਆਂ। ਫਿਰ ਵਾਰੀ ਆ ਗਈ 1 ਦੁਬਾਰਾ ਆ ਗਿਆ, ਪਹਿਲਾਂ ਵੀ ਇੱਕ ਵਾਰੀ ਆਇਆ ਸੀ, ਇੱਕ ਹੋਰ ਡੰਡੀ ਉਹਦੀ। 6 ਦੇ ਸਾਹਮਣੇ ਅਸੀਂ ਪਹਿਲਾਂ 1 ਲਗਾਈ ਸੀ, ਇੱਕ ਹੋਰ ਆ ਗਿਆ। 5 ਦੇ ਸਾਹਮਣੇ ਪਹਿਲਾਂ 3 ਸੀ, ਇਹ ਚੌਥੀ ਡੰਡੀ ਆ ਗਈ। ਫਿਰ 2 ਨੂੰ ਵੀ ਅਸੀਂ ਉੱਤੇ ਕੱਟਤਾ ਤੇ ਇੱਧਰ ਅਸੀਂ ਉਹਨੂੰ ਨਿਸ਼ਾਨੀ ਲਗਾਤੀ ਉਹਦੇ ਲਈ। 2 ਤੋਂ ਬਾਅਦ ਵਾਰੀ ਆ ਗਈ 7 ਦੀ, 7 ਦੇ ਸਾਹਮਣੇ ਪਹਿਲਾਂ 2 ਸੀ, ਹੁਣ 3 ਹੋ ਗਏ ਸੰਕੇਤ। ਉਸ ਤੋਂ ਬਾਅਦ ਫਿਰ ਵਾਰੀ ਆ ਗਈ 7 ਤੋਂ ਬਾਅਦ 7 ਦੀ, ਤਾਂ ਫਿਰ ਇਹ ਜਿਹੜਾ 7 ਸੀ ਇਹ 3 ਸੀ, ਉਹਦੀ ਜਗ੍ਹਾ ਤੇ ਕਿੰਨੇ ਹੋ ਗਏ 4 ਹੋ ਗਏ। ਤਾਂ ਹੁਣ ਇਸ ਤੋਂ ਬਾਅਦ ਫਿਰ ਆਪਾਂ ਦੇਖਦੇ ਹਾਂ 3 ਹੈ, ਤਾਂ 3 ਜਿਹੜਾ ਹੈਗਾ ਉਹਦੇ ਸਾਹਮਣੇ 2 ਨਿਸ਼ਾਨ ਸੀ, ਤੀਸਰਾ ਵੀ ਆ ਗਿਆ, ਇਹਨੂੰ 3 ਨੂੰ ਕੱਟਤਾ। ਫਿਰ 8 ਦੇ ਸਾਹਮਣੇ 2 ਹੋ ਗਏ। ਫਿਰ 4 ਤੇ ਨਿਸ਼ਾਨੀ ਨੇ, 4 ਦੇ ਸਾਹਮਣੇ 3 ਸੀ, ਉਹ 4 ਹੋ ਗਏ। 2 ਦੇ ਸਾਹਮਣੇ ਪਹਿਲਾਂ 2 ਸੀ, ਉਹ 3 ਹੋ ਗਏ। 8 ਦੇ ਸਾਹਮਣੇ ਪਹਿਲਾਂ 2 ਸੀ, ਹੁਣ ਉੱਥੇ ਵੀ 3 ਹੋ ਗਏ। ਫਿਰ 9 ਦੇ ਸਾਹਮਣੇ ਪਹਿਲਾਂ 1 ਸੀ, 2 ਹੋ ਗਏ। ਫਿਰ ਸਾਡੇ ਕੋਲੇ 5 ਦੀ ਵਾਰੀ ਆ ਗਈ, 5 ਦੇ ਸਾਹਮਣੇ ਪਹਿਲਾਂ 4 ਸੀ, ਜਿਹੜਾ 5ਵਾਂ ਨਿਸ਼ਾਨ ਹੁੰਦਾ ਉਹਨੂੰ ਟੇਢਾ ਲਗਾਈਦਾ, ਯਾਨੀ ਕਿ ਇਹ ਇਕੱਠੇ 5 ਬਣ ਗਏ ਹੁਣ। ਫਿਰ ਵਾਰੀ ਆ ਗਈ 8 ਦੀ, 8 ਦੇ ਸਾਹਮਣੇ ਪਹਿਲਾਂ ਸੀ 3, 4 ਹੋ ਗਏ। ਫਿਰ 6
6 ਦੇ ਸਾਹਮਣੇ ਪਹਿਲਾਂ 2 ਸੀ, ਉੱਥੇ 3 ਹੋ ਜਾਣਗੇ। 7 ਦੇ ਸਾਹਮਣੇ 4 ਸੀ, ਪੰਜਵੇਂ ਨਿਸ਼ਾਨ ਆ ਗਿਆ। ਫਿਰ ਵਾਰੀ ਆ ਗਈ 4 ਦੀ, 4 ਦੇ ਸਾਹਮਣੇ ਪਹਿਲਾਂ 4 ਸੀ, ਇਹ ਵੀ 5 ਹੋ ਗਏ। 5 ਇੱਕ ਵਾਰੀ ਫੇਰ ਆ ਗਿਆ, ਪਹਿਲਾਂ 5 ਹੋ ਗਏ ਸੀ, 6ਵਾਂ ਨਿਸ਼ਾਨ ਜਿਹੜਾ ਹੈ ਉਹ ਅਲੱਗ ਤੋਂ ਲੱਗੇਗਾ। 6 ਦੀ ਵਾਰੀ ਆ ਗਈ, 6 ਦੇ ਸਾਹਮਣੇ ਪਹਿਲਾਂ 3 ਸੀ, ਹੁਣ 4 ਹੋ ਗਏ। 9 ਦੇ ਸਾਹਮਣੇ ਜਿਹੜਾ 2 ਸੀ, ਹੁਣ ਉਹ 3 ਹੋ ਗਏ। 6 ਪਹਿਲਾਂ 4 ਸੀ, ਹੁਣ 5 ਹੋ ਗਏ। 4 ਦੇ ਸਾਹਮਣੇ ਪਹਿਲਾਂ 5 ਸੀ, ਹੁਣ 6 ਹੋ ਗਏ। ਫਿਰ 4 ਉਹੀ 6 ਤੋਂ ਬਾਅਦ ਇੱਕ ਹੋਰ ਲਗਾਤੀ, 7 ਹੋ ਗਏ। ਫਿਰ 6 ਦੇ ਸਾਹਮਣੇ ਪਹਿਲਾਂ ਅਸੀਂ 5 ਪੂਰੇ ਕਰਤੇ ਸੀ, ਇਹ 6ਵਾਂ ਨਿਸ਼ਾਨ ਆ ਗਿਆ। ਫਿਰ 6 ਤੇ ਜਿਹੜੇ 6 ਦੇ ਸਾਹਮਣੇ 5 ਤੇ ਇੱਕ 6, ਉੱਥੇ 7ਵਾਂ ਨਿਸ਼ਾਨ ਆ ਗਿਆ। ਹੁਣ ਅਸੀਂ ਇਹਨਾਂ ਦੀ ਬਾਰੰਬਾਰਤਾ ਜਿਹੜੀ ਹੈਗੀ ਹੈ ਉਹ ਤਿਆਰ ਕਰ ਦਿਆਂਗੇ। ਤਾਂ ਸਾਡੇ ਕੋਲੇ ਇਹੀ ਸਾਰਨੀ ਜਿਹੜੀ ਆ ਮਿਲਾਨ ਚਿੰਨ੍ਹਾਂ ਵਾਲੀ ਬਾਰੰਬਾਰਤਾ ਸਾਰਨੀ ਅਖਵਾਏਗੀ। ਬਾਰੰਬਾਰਤਾ ਕੀ ਹੈ? ਬਸ ਚਿੰਨ੍ਹਾਂ ਦੀ ਗਿਣਤੀ ਹੈ। ਇਹਨੂੰ ਗਿਣਾਂਗੇ। ਇੱਕ 2 ਵਾਰੀ ਆਇਆ, ਦੂਆ 3 ਵਾਰੀ ਆਇਆ। 3 ਅੰਕ ਵਾਲੇ ਵਿਦਿਆਰਥੀ 3 ਹੋ ਗਏ। ਜਿਨ੍ਹਾਂ ਦੇ 4 ਅੰਕ ਹੈ, 5 ਤੇ 2, ਉਹ 7 ਵਿਦਿਆਰਥੀ ਹੈ। ਜਿਹੜੇ 5 ਅੰਕਾਂ ਵਾਲੇ ਆ ਉਹ 6 ਵਿਦਿਆਰਥੀ ਹੈ। ਜਿਹੜੇ 6 ਅੰਕਾਂ ਵਾਲੇ ਆ ਉਹ 7 ਵਿਦਿਆਰਥੀ ਹੈ। ਜਿਹੜੇ 7 ਅੰਕਾਂ ਵਾਲੇ ਉਹ 5 ਵਿਦਿਆਰਥੀ ਹੈ। 8 ਅੰਕਾਂ ਵਾਲੇ ਜਿਹੜੇ ਉਹ 4 ਵਿਦਿਆਰਥੀ ਹੈ। 9 ਅੰਕਾਂ ਵਾਲੇ ਉਹ 3 ਵਿਦਿਆਰਥੀ ਹੈ। ਇਹ ਸਾਰੇ ਕੁੱਲ 40 ਹੋਣੇ ਚਾਹੀਦੇ ਆ। 2 ਤੇ 3 5 ਤੇ 3 8 7 15 ਤੇ 6 21 7 28 28 ਤੇ 5 33 33 ਤੇ ਆ 7 40, ਯਾਨੀ ਕਿ ਅਸੀਂ ਸਹੀ ਜਿਹੜੇ ਹੈਗੇ ਉਹ ਮਿਲਾਨ ਚਿੰਨ੍ਹ ਲਗਾਏ ਸੀ। ਇਹ ਸਾਡੀ ਬਾਰੰਬਾਰਤਾ ਸਾਰਨੀ ਤਿਆਰ ਹੋ ਗਈ ਹੈ। ਇਸ ਤੋਂ ਬਾਅਦ ਪ੍ਰਸ਼ਨ ਹੈ 2, ਅਸੀਂ ਉਹਨਾਂ ਦੇ ਉੱਤਰ ਦੇਣੇ ਆ। ਪਤਾ ਕਰੋ ਕਿੰਨੇ ਵਿਦਿਆਰਥੀਆਂ ਨੇ 7 ਜਾਂ ਇਸ ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ। ਹੁਣ ਜਿਨ੍ਹਾਂ ਨੇ 7 ਪ੍ਰਾਪਤ ਕੀਤੇ ਆ ਉੱਥੇ ਆ ਜਾਓ, ਉਹ ਕਿੰਨੇ ਆ 5। ਇਦੋਂ ਜ਼ਿਆਦਾ ਵਾਲੇ ਆ ਥੱਲੇ ਚਲੇ ਗਏ, ਯਾਨੀ ਕਿ 5 ਤੇ 4 9 ਤੇ 3 12 ਵਿਦਿਆਰਥੀ ਇਹੋ ਜਿਹੇ ਹੈ ਜਿਨ੍ਹਾਂ ਨੇ 7 ਜਾਂ 7 ਤੋਂ ਵੱਧ ਅੰਕ ਪ੍ਰਾਪਤ ਕੀਤੇ। ਤਾਂ ਇਹਦਾ ਉੱਤਰ 12 ਆਉਣਾ ਸੀ। ਇਸੇ ਤਰੀਕੇ ਨਾਲ ਹੀ ਉਹਨੇ ਅਗਲੇ ਪ੍ਰਸ਼ਨ 'ਚ ਕਿਹਾ ਬੀ 'ਚ ਕਿੰਨੇ ਵਿਦਿਆਰਥੀਆਂ ਨੇ 4 ਤੋਂ ਘੱਟ। ਹੁਣ 4 ਦੀ ਗੱਲ ਨਹੀਂ ਕੀਤੀ, 4 ਤੋਂ ਘੱਟ ਕੀਤੇ ਹੈ। ਇਹਦਾ ਮਤਲਬ ਜਿਹੜੇ 4 ਹੈ ਇਹਨਾਂ ਨੂੰ ਵਿੱਚ ਨਹੀਂ ਗਿਣਨਾ, ਇਦੋਂ ਉੱਤੇ ਘੱਟ ਵਾਲੇ ਆ, ਯਾਨੀ ਕਿ ਜਿਹੜੇ 3 ਵਾਲੇ ਆ ਜਾਂ 2 ਵਾਲੇ ਜਾਂ 1 ਵਾਲੇ, ਇਹ ਸਾਰੇ 4 ਤੋਂ ਘੱਟ ਹੈ। 2 3 5 3 8 ਵਿਦਿਆਰਥੀ ਇਹੋ ਜਿਹੇ ਨੇ ਜਿਨ੍ਹਾਂ ਦੇ ਅੰਕ 4 ਤੋਂ ਘੱਟ ਹੈ। ਤਾਂ ਇਸ ਤਰੀਕੇ ਨਾਲ ਤੁਹਾਡੇ ਤਿੰਨੇ ਪ੍ਰਸ਼ਨ, ਪਹਿਲਾਂ ਸਾਰਨੀ ਬਣਾਈ, ਫਿਰ ਅਗਲੇ 2 ਪ੍ਰਸ਼ਨਾਂ ਦੇ ਉੱਤਰ ਦਿੱਤੇ। ਇਸ ਤਰੀਕੇ ਨਾਲ ਜਿਹਨਾਂ ਬੱਚਿਆਂ ਨੇ ਕੀਤਾ ਹੋਏਗਾ ਉਹਨਾਂ ਨੂੰ ਸਹੀ ਅੰਕ ਪ੍ਰਾਪਤ ਹੋ ਜਾਣਗੇ। ਪ੍ਰਸ਼ਨ ਨੰਬਰ 11 ਦੇ ਵਿੱਚ ਹੀ ਔਰ ਲਿਖ ਕੇ ਜਾਂ ਲਿਖ ਕੇ ਇੱਕ ਹੋਰ ਪ੍ਰਸ਼ਨ ਦਿੱਤਾ ਗਿਆ ਹੈ। ਤੁਸੀਂ ਕੋਈ ਵੀ ਦੋਹਾਂ ਚੋਂ ਪ੍ਰਸ਼ਨ ਕਰ ਸਕਦੇ ਸੀ, ਪਰ ਅਸੀਂ ਇੱਥੇ ਤੁਹਾਨੂੰ ਦੋਨੇ ਹੀ ਸਮਝਾਉਣ ਲੱਗੇ ਹਾਂ। ਇੱਥੇ ਕੀ ਹੈ, ਕਿਸੇ ਦੁਕਾਨਦਾਰ ਵੱਲੋਂ 6 ਲਗਾਤਾਰ ਦਿਨਾਂ ਵਿੱਚ ਵੇਚੀਆਂ ਗਈਆਂ ਗਣਿਤ ਦੀਆਂ ਪੁਸਤਕਾਂ ਦੀ ਸੰਖਿਆ ਹੇਠ ਲਿਖੇ ਅਨੁਸਾਰ ਹੈ। ਪਹਿਲੀ ਗੱਲ ਤਾਂ ਇੱਥੇ ਥੋੜੀ ਜਿਹੀ ਗਲਤੀ ਹੈ, 6 ਦਿਨ ਨਹੀਂ ਹੈ, ਇੱਥੇ ਐਤਵਾਰ ਤੋਂ ਲੈ ਕੇ 1 2 3 4 5 6 7 ਦਿਨ ਨੇ। ਇੱਥੇ 7 ਦਿਨ ਹੋਣੇ ਚਾਹੀਦੇ ਸੀ। ਚਲੋ ਆਪਾਂ ਸਹੀ ਕਰਾਂਗੇ। ਇਹਦੇ ਲਈ ਕਰਨਾ ਕੀ ਹੈ, ਇਹਨਾਂ ਅੰਕੜਿਆਂ ਨੂੰ ਇੱਕ ਛੜ ਗ੍ਰਾਫ ਦੁਆਰਾ ਦਰਸਾਓ। ਲਓ ਆਪਾਂ ਇਸ ਦਾ ਛੜ ਗ੍ਰਾਫ ਤਿਆਰ ਕਰਦੇ ਹਾਂ। ਚਿੱਤਰ ਵਿੱਚ ਤੁਸੀਂ ਵੇਖ ਰਹੇ ਹੋ, ਸਭ ਤੋਂ ਪਹਿਲਾਂ ਇੱਕ ਲੇਟਵੀਂ ਲਾਈਨ ਖਿੱਚੋਗੇ ਤੇ ਉਸ ਇੱਕ ਖੜਵੀਂ ਲਾਈਨ 90 ਦਾ ਕੋਣ ਬਣਾਉਂਦੀ ਹੋਈ। ਤਾਂ ਇਹ 2 ਧੁਰੇ ਜ਼ਰੂਰੀ ਹੈ। ਪਹਿਲਾਂ ਲੇਟਵੇਂ ਧੁਰੇ ਤੇ ਜਿਹੜੀ ਜਾਣਕਾਰੀ ਦਰਸਾਉਣੀ ਆ ਉਹ ਜਾਣਕਾਰੀ ਹੁੰਦੀ ਹੈ ਜਿਸ ਵਿੱਚ ਅੰਕੜੇ ਨਹੀਂ ਹੁੰਦੇ, ਯਾਨੀ ਕਿ ਹਫ਼ਤੇ ਦੇ ਦਿਨ ਹੈ ਸੰਡੇ, ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ, ਫਰਾਈਡੇ, ਸੈਟਰਡੇ, ਅਸੀਂ ਇਹ ਦਰਸਾਉਣੀ ਹੈ। ਕਿਤਾਬਾਂ ਦੀ ਗਿਣਤੀ ਉਸ ਨੂੰ ਖੜਵੇਂ ਧੁਰੇ ਤੇ ਦਰਸਾਉਣੇ ਆ, ਕਿਉਂਕਿ ਉਹਦੀ ਚ ਬਾਰੰਬਾਰਤਾ ਹੁੰਦੀ ਆ, ਅੰਕੜੇ ਹੁੰਦੇ ਆ, ਇਸ ਕਰਕੇ ਉਹਨਾਂ ਨੂੰ ਖੜਵੇਂ ਧੁਰੇ ਤੇ। ਸਭ ਤੋਂ ਘੱਟ ਵਿਕਣ ਵਾਲੀਆਂ ਕਿਤਾਬਾਂ ਦੀ ਗਿਣਤੀ 15 ਹੈ ਤੇ ਸਭ ਤੋਂ ਵੱਧ ਵਿਕਣ ਵਾਲੀਆਂ ਕਿਤਾਬਾਂ ਦੀ ਗਿਣਤੀ 70 ਹੈ। ਇਹਦਾ ਮਤਲਬ ਅਸੀਂ ਸੁਵਿਧਾਜਨਕ ਤਰੀਕੇ ਨਾਲ ਪਹਿਲਾਂ ਇੱਕੋ ਜਿੰਨੀ ਵਿੱਚ ਤੇ ਜੇ ਗ੍ਰਾਫ ਵਰਤਣਾ ਹੋਵੇ ਤਾਂ ਬਹੁਤ ਵਧੀਆ ਬਣ ਜਾਂਦਾ ਹੈ, ਪਰ ਜੇ ਸਧਾਰਨ ਪੇਪਰ ਤੇ ਵੀ ਬਣਾਉਣਾ ਹੈ ਤਾਂ ਅਸੀਂ ਜਿੰਨੀ ਵਿੱਚ ਤੇ 10 ਲਿਖਦੇ ਹਾਂ ਉਨੀ ਵਿੱਚ ਤੇ 20 30 40 50 60 ਤੇ 70 ਅੰਕਿਤ ਕਰ ਲੈਂਦੇ ਹਾਂ। ਉਸ ਤੋਂ ਭਾਵ ਹੈ ਕਿ ਜੇ ਅਸੀਂ ਘੱਟ ਤੋਂ ਘੱਟ ਕਿਤਾਬਾਂ ਵੀ ਦਰਸਾਉਣੀਆਂ ਉਹ 15 ਹੈ, ਉਹ ਇਸ 10 ਤੋਂ ਉੱਪਰ ਆ ਜਾਣਗੀਆਂ। ਤੇ ਵੱਧ ਤੋਂ ਵੱਧ ਲਈ ਅਸੀਂ 70 ਤੱਕ ਨਿਸ਼ਾਨ ਲਗਾਇਆ, ਕਿਉਂਕਿ ਇਹ ਵੀ ਇਸ ਦੇ ਅਨੁਸਾਰ ਬਣ ਜਾਣਗੀਆਂ। ਹੁਣ ਕਰਨਾ ਕੀ ਹੈ, ਅਸੀਂ ਹਰੇਕ ਦਿਨ ਵਿਕੀਆਂ ਕਿਤਾਬਾਂ ਦੀ ਇੱਕ ਛੜ ਬਣਾਉਣੀ ਹੈ ਤੇ ਉਹਨਾਂ ਦੀ ਉਚਾਈ ਗਿਣਤੀ ਮੁਤਾਬਕ ਰੱਖਣੀ ਹੈ। ਜਿਵੇਂ ਕਿ ਸੋਮਵਾਰ ਨੂੰ ਕਿਤਾਬਾਂ ਜੇ 65 ਵਿਕੀਆਂ ਤਾਂ 60 ਤੋਂ 70 ਤੱਕ ਜਿਹੜਾ ਵਿਚਾਲੇ ਬਿੰਦੂ ਹੈ, ਮੱਧ ਬਿੰਦੂ, ਉਹ 65 ਦਾ ਹੈ।
60 ਤੋਂ 70 ਦੇ ਵਿਚਾਲੇ 65। ਅਸੀਂ 65 ਜਿੰਨੀ ਉਚਾਈ ਤੇ ਇੱਕ ਨਿਸ਼ਾਨ ਲਾਇਆ। ਇਹ ਛੜ ਜਿਹੜੀ ਸੰਡੇ ਰਵੀਵਾਰ ਯਾਨੀ ਕਿ ਐਤਵਾਰ ਨਾਲ ਸੰਬੰਧਿਤ ਸੀ, ਉਹਦੀ ਉਚਾਈ ਇੰਨੀ ਬਣ ਗਈ 65 ਜਿੰਨੀ। ਮੰਡੇ ਦੀ ਯਾਨੀ ਕਿ ਸੰਡੇ ਤੋਂ ਬਾਅਦ ਮੰਡੇ ਦੀ ਉਚਾਈ ਜਿਹੜੀ ਹੈ ਉਹ 40 ਕਿਤਾਬਾਂ ਹੋਣ ਕਰਕੇ ਅਸੀਂ 40 ਦੀ ਸੇਧ 'ਚ ਉਸ ਛੜ ਦੀ ਉਚਾਈ ਰੱਖੀ। ਐਵੇਂ ਟਿਊਜ਼ਡੇ ਮੰਗਲਵਾਰ ਦੀਆਂ ਕਿਤਾਬਾਂ 30 ਸੀ ਤਾਂ 30 ਜਿੰਨੀ ਉਚਾਈ ਇੱਧਰੋਂ 30 ਦੀ ਸੇਧ 'ਚ ਹੋਣੀ ਚਾਹੀਦੀ ਹੈ ਉਚਾਈ। ਐਵੇਂ ਬੁੱਧਵਾਰ ਵੈਨਸਡੇ ਕਿਤਾਬਾਂ 50 ਵਿਕੀਆਂ ਤਾਂ 50 ਦੀ ਸੇਧ ਦੇ ਵਿੱਚ ਉਚਾਈ ਹੋਣੀ ਚਾਹੀਦੀ ਹੈ ਛੜ ਦੀ, ਤਾਂ ਬੁੱਧਵਾਰ ਦੀਆਂ ਕਿਤਾਬਾਂ ਦੀ ਗਿਣਤੀ 50 ਇੱਥੋਂ ਪਤਾ ਲੱਗਦਾ ਹੈ। ਐਵੇਂ ਥਰਸਡੇ ਦੀਆਂ ਕਿਤਾਬਾਂ 20 ਹੈ ਤਾਂ 20 ਦੇ ਸਾਹਮਣੇ ਉਹਦੀ ਉਚਾਈ। ਐਵੇਂ ਉਸ ਤੋਂ ਬਾਅਦ ਫਰਾਈਡੇ ਦੀ ਜਿਹੜੀ 70 ਕਿਤਾਬਾਂ ਦੀ ਗਿਣਤੀ ਸਭ ਤੋਂ ਉੱਚੀ ਛੜ ਆ, ਯਾਨੀ ਕਿ ਇੱਥੋਂ ਇਹ ਵੀ ਪਤਾ ਲੱਗਦਾ ਕਿ ਸਭ ਤੋਂ ਵੱਧ ਕਿਤਾਬਾਂ ਜਿਹੜੀਆਂ ਉਹ ਸ਼ੁੱਕਰਵਾਰ ਵਾਲੇ ਦਿਨ ਫਰਾਈਡੇ ਵਾਲੇ ਦਿਨ ਵਿਕੀਆਂ। ਤੇ ਐਂਡ ਵਿੱਚ ਜਿਹੜੀ ਸਾਡੀ ਸੈਟਰਡੇ ਹੈ ਉਸ ਦਿਨ 15 ਕਿਤਾਬਾਂ ਵਿਕੀਆਂ, ਉਸ ਦੀ ਉਚਾਈ 10 ਤੋਂ 20 ਦੇ ਅੱਧ ਵਿੱਚ 15 ਕਿਤਾਬਾਂ ਜਿੰਨੀ ਜਿਹੜੀ 15 ਜਿੰਨੀ ਉਚਾਈ ਹੈ ਜਿਹੜੀ ਉਹ ਇਸ ਸੈਟਰਡੇ ਵਾਲੀ ਛੜ ਦੀ ਹੋਏਗੀ। ਤਾਂ ਇਸ ਤਰੀਕੇ ਨਾਲ ਤੁਹਾਡਾ ਇਹ ਛੜ ਗ੍ਰਾਫ ਜਿਹੜਾ ਇੱਥੇ ਪੂਰਾ ਹੁੰਦਾ ਹੈ। ਤਾਂ ਪਿਆਰੇ ਵਿਦਿਆਰਥੀਓ, ਛੜ ਗ੍ਰਾਫ ਵਾਲੇ ਪ੍ਰਸ਼ਨ ਦੇ ਨਾਲ ਹੀ ਤੁਹਾਡੇ ਜਿਹੜੇ ਆਫਲਾਈਨ ਨਾਲ ਸੰਬੰਧਿਤ ਸਾਰੇ ਪ੍ਰਸ਼ਨ ਸੀ ਉਹਨਾਂ ਦਾ ਹੱਲ ਤੁਸੀਂ ਵੇਖ ਲਿਆ ਹੈ। ਮੋਂਗਾ ਸਰ ਦੀ ਮੈਥ ਕਲਾਸ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।